हाँ जी प्यारे विद्यार्थियों, ये बेटा अपना पार्ट नंबर 2 है। सितंबर पेपर जिहड़ा 14/9/21 ਨੂੰ ਹੋਇਆ ਸੀ, ਇਹਦਾ ਪਹਿਲਾ ਪਾर्ट ਜ਼ਰੂਰ ਵੇਖ ਲਿਓ ਤਾਂ ਕਿ ਤੁਹਾਨੂੰ ਜਿਹੜੇ ਪਹਿਲੇ 20 ਪ੍ਰਸ਼ਨ ਨੇ ਉਹ ਵੀ ਚੰਗੀ ਤਰ੍ਹਾਂ ਸਮਝ ਲੱਗ ਸਕਣ। ਕਿਉਂਕਿ ਇਹ ਮੰਨ ਕੇ ਚੱਲੋ ਵੀ ਜਿੰਨਾ ਚਿਰ ਤੁਸੀਂ ਅੰਡਰਸਟੈਂਡਿੰਗ ਨਹੀਂ ਕਰਦੇ, ਕਨਸੈਪਟ ਨਹੀਂ ਸਮਝਦੇ, ਮੈਥ ਨਹੀਂ ਆ ਸਕਦਾ। ਜਿਹੜਾ ਕਨਸੈਪਟ ਹੈ ਉਹੀ ਮੈਥ ਦੀ ਕੀ ਹੈ, ਚਾਬੀ ਹੈ, ਇਹ ਮੰਨੋ। ਉਹਦੇ ਬਿਨਾਂ ਕੁਛ ਨਹੀਂ ਹੁੰਦਾ। ਤਾਂ ਆਪਾਂ ਸਵਾਲ ਸਟਾਰਟ ਕਰਦੇ ਹਾਂ। 21ਵਾਂ ਪ੍ਰਸ਼ਨ ਹੈ, ਇੱਕ ਗੈਰ ਸਿਫਰ ਪ੍ਰਮੇय ਸੰਖਿਆ। ਗੈਰ ਸਿਫਰ ਦਾ ਮਤਲਬ ਹੈ ਜ਼ੀਰੋ ਨਾ ਹੋਵੇ। ਪ੍ਰਮੇय ਸੰਖਿਆ ਮਤਲਬ ਕੀ ਹੁੰਦਾ? ਰੈਸ਼ਨਲ ਨੰਬਰ। ਰੈਸ਼ਨਲ ਅਤੇ ਅਪਰਮੇय ਦਾ ਮਤਲਬ ਇਰਰੈਸ਼ਨਲ। IR ਲਾ ਦਿਓ ਮੂਹਰੇ, ਇਰਰੈਸ਼ਨਲ। ਜਦੋਂ ਇੱਕ ਰੈਸ਼ਨਲ ਅਤੇ ਇਰਰੈਸ਼ਨਲ ਦੀ ਗੁਣਾ ਕਰਦੇ ਹਾਂ, ਪ੍ਰੋਡਕਟ ਕਰਦੇ ਹਾਂ, ਗੁਣਾ ਕਰਦੇ ਹਾਂ, ਰੈਸ਼ਨਲ ਕੀ ਹੋਵੇ? ਜ਼ੀਰੋ ਨਹੀਂ ਲੈਣੀ, ਬਾਕੀ ਜ਼ੀਰੋ ਤੋਂ ਬਿਨਾਂ, ਤਾਂ ਉਹਦੀ ਗੁਣਾ ਹਮੇਸ਼ਾ ਕੀ ਹੁੰਦੇ? ਯਾਦ ਰੱਖਣਾ ਹੈ, ਇਰਰੈਸ਼ਨਲ। ਕਿਵੇਂ? ਮੰਨ ਲਓ ਰੈਸ਼ਨਲ ਨੰਬਰ ਹੈਗਾ ਕੋਈ 2, ਗੁਣਾ ਇਰਰੈਸ਼ਨਲ ਕਿੰਨਾ? ਵਰਗਮੂਲ 3। ਤਾਂ ਇਹਦੀ ਜੋ ਗੁਣਾ ਕਰਦਾ ਕਿੰਨਾ ਆਊਗਾ ਆਨਸਰ? 2 ਵਰਗਮੂਲ 3। ਅਤੇ 2 ਵਰਗਮੂਲ 3 ਕਿੰਨਾ ਗਾ? ਇਰਰੈਸ਼ਨਲ। ਇਰਰੈਸ਼ਨਲ ਕੋਈ ਵੀ ਤੁਸੀਂ ਲੈ ਸਕਦੇ ਹੋ। ਮੰਨ ਲਓ ਤੁਸੀਂ ਲੈਂਦੇ ਹੋ 4/7 ਗੁਣਾ ਪਾਈ। ਪਾਈ ਆਪਾਂ ਨੂੰ ਪਤਾ ਕੀ ਲੈਂਦੇ ਆਪਾਂ? ਇਰਰੈਸ਼ਨਲ। ਤਾਂ ਇਹਦਾ ਆਨਸਰ ਕਹਿੰਦਾ 4/7 ਪਾਈ। ਤਾਂ ਇਹ ਵੀ ਕੀ ਬਣ ਗਿਆ? ਅਪਰ ਮੇ। ਤਾਂ ਇਹਦਾ ਆਨਸਰ ਕੀ ਆ ਗਿਆ? ਹਮੇਸ਼ਾ ਅਪਰ ਮੇ। ਹਮੇਸ਼ਾ ਅਪਰ ਮੇ। ਅਗਲਾ ਸਵਾਲ ਹੈ, ਕਾफ़ी क्लोज करके देखना पू क्योंकि अदरवाइज तो दिखना ही नहीं, बहुत बरीक है। किन्ना का? 32 दी पावर 2/5। 32 जे 32 ਦੇ ਆਪਾਂ ਗੁਣਨਖੰਡ ਲਈਏ ਤਾਂ ਕੀ 2 दूनी 4 दूनी 8 दूनी 16 गुणा 2। 16 दूना ਹੁੰਦਾ 32। ਇਹਦੀ ਪਾਵਰ ਕਿੰਨੀ ਹੈ? 2/5। ਤਾਂ ਹੁਣ ਦੇਖੋ ਅੰਦਰ 2 ਕਿੰਨੇ ਨੇ? 1 2 3 4 ਤੇ 1 5। ਤਾਂ 2 ਦੀ ਪਾਵਰ ਕਿੰਨੀ ਹੈ? 5। ਉੱਪਰ ਪਾਵਰ ਕਿੰਨੀ ਹੈ? 2/5। ਤਾਂ ਆਹ 5 ਅਤੇ 5 ਕੀ ਹੋ ਗਿਆ? ਆਪਸ 'ਚ ਘਟ ਗਿਆ। ਤਾਂ 2 ਦੀ ਪਾਵਰ ਕਿੰਨੀ ਬਚ ਗਈ? 2। ਮਤਲਬ ਕਿ 2 ਗੁਣਾ 2 ਕਿੰਨਾ ਹੁੰਦਾ? 2 दूनी 4। ਤਾਂ ਆਨਸਰ ਕਿੰਨਾ ਆ ਗਿਆ? 4। ਤੁਸੀਂ ਇਹਨੂੰ ਫਾਸਟ ਵੀ ਕਰ ਸਕਦੇ। 32 ਦਾ ਮਤਲਬ ਕੀ ਹੈ? ਕਈ ਬੱਚੇ ਹੁਸ਼ਿਆਰ ਹੁੰਦੇ ਨੇ, ਤਾਂ 2 ਦੀ ਪਾਵਰ 5 ਸਿੱਧਾ ਹੀ ਲਿਖ ਦਿਓ। 2 ਦੀ ਪਾਵਰ 5। 5 ਨਾਲ 5 ਕੱਢ ਗਿਆ। 2 ਦੀ ਪਾਵਰ 2 ਦਾ ਮਤਲਬ ਕਿੰਨਾ ਹੁੰਦਾ? 4। ਡਾਇਰੈਕਟ ਵੀ ਕਰ ਸਕਦੇ ਸੀ। 4x ਦੀ ਕਿਊਬ ਪਲੱਸ 3x ਸਕੇਅਰ ਮਾਈਨਸ 4x ਪਲੱਸ 3 ਨੂੰ x -1 ਨਾਲ ਭਾਗ ਦੇਣ 'ਤੇ ਬਾਕੀ ਪਤਾ ਕਰੋ। ਬਾਕੀ ਦਾ ਮਤਲਬ ਹੁੰਦਾ ਰਿਮਾਈਂਡਰ। ਕੀ ਪਤਾ ਕਰਨਾ ਹੈ? R। R ਦਾ ਮਤਲਬ ਕੀ ਹੈ? ਰਿਮਾਈਂਡਰ। ਕਿਹਦੇ ਨਾਲ ਡਿਵਾਈਡ ਕਰਨਾ? x -1 ਨਾਲ। ਡਿਵਾਈਡ ਬਾਏ x -1। ਡਿਵਾਈਡ ਕਰਨ ਦੇ ਵਿੱਚ, ਬਾਕੀ ਕੱਢਣ ਦੇ ਵਿੱਚ, ਰਿਮਾਈਂਡਰ ਕੱਢਣ ਦੇ ਵਿੱਚ ਸਿਰਫ x -1 ਨੂੰ 0 ਬਣਾ ਦਿਓ ਤਾਂ x ਦੀ ਵੈਲਿਊ ਕਿੰਨੀ ਬਣ ਗਈ? 1। ਪਰ ਜਿਹੜੀ ਆਹ ਕੁਐਸ਼ਨ ਹੈ, ਕਿਹੜੀ ਕੁਐਸ਼ਨ ਹੈ? 4x³ ਪਲੱਸ 3x ਸਕੇਅਰ ਮਾਈਨਸ 4x ਪਲੱਸ 3। ਇਹਦੇ ਵਿੱਚ x ਦੀ ਵੈਲਿਊ ਕਿੰਨੀ ਰੱਖ ਦਿਓ? 1 ਰੱਖ ਦਿਓ। ਜਿੱਥੇ ਜਿੱਥੇ x ਹੈ ਉੱਥੇ ਕਿੰਨਾ ਭਰ ਦਿਓ? 1। x ਦੀ ਕਿੰਨਾ ਭਰਨਾ? 1। ਬਸ ਮੈंने 1 ਨੂੰ ਬਰੈਕਟ 'ਚ ਲਿਖਤਾ ਤਾਂ ਕਿ ਨਾਲ ਮਲਟੀਪਲਾਈ ਵੀ ਹੁੰਦਾ। 1 ਦੀ ਪਾਵਰ ਕਿਊਬ ਕਿੰਨਾ ਹੁੰਦਾ? 1। 4 ਹੀ ਰਹਿ ਗਿਆ। 1 ਦੀ ਸਕੇਅਰ ਕੁਛ ਹੋਵੇ, 1 ਦੀ ਪਾਵਰ ਤਾਂ 1 ਹੀ ਰਹਿ ਜਾਣਾ। 3 ਮਾਈਨਸ 4 ਪਲੱਸ 3। ਤਾਂ 4 ਆ ਪਲੱਸ ਦੇ, ਆਹ 4 ਮਾਈਨਸ ਦੇ ਕੱਢ ਕੇ ਕਿੰਨਾ ਬਚ ਗਿਆ ਪਿੱਛੇ? 6। ਤਾਂ ਜਿਹੜਾ ਰਿਮਾਈਂਡਰ ਹੈ ਉਹ ਕਿੰਨਾ ਗਾ ਤੁਹਾਡਾ, ਜਿਹਨੂੰ ਬਾਕੀ ਕਹਿ ਦਿੰਦੇ ਹਾਂ, ਕਿੰਨਾ ਆ ਗਿਆ? 6। ਤਾਂ ਤੁਹਾਡਾ ਆਨਸਰ ਲਾਉਣਾ ਤੁਸੀਂ ਨੇ 6। ਜਿੱਥੇ 6 ਨਜ਼ਰ ਆਉਂਦਾ ਉਹਨੂੰ ਟਿਕ ਲਾ ਦਿਓ। OMR ਦਿੱਤੀ ਹੈ ਤਾਂ OMR ਦੇ ਵਿੱਚ ਫਿਲ ਕਰ ਦਿਓ। ਇਹ ਨਹੀਂ ਹੈ ਵੀ ਅੰਗਰੇਜ਼ੀ ਦਾ ਪੇਪਰ ਆਪਣੇ ਕੋਲ ਹੈ ਨਹੀਂ, ਅੰਗਰੇਜ਼ੀ ਦਾ ਪੇਪਰ ਵੀ ਨਾਲ ਹੀ ਹੈ। ਕੁਛ ਸਵਾਲ ਆਪਾਂ ਉਹ ਤੋਂ ਕਰ ਦੇਣਾ, ਕੁਛ ਉਹ 'ਚੋਂ। ਵਿਚ ਵਨ ਆਫ ਦਾ ਫੋਲੋਇੰਗ ਇਜ ਫੈਕਟਰ ਆਫ ਦਿਸ ਵਨ। ਕਿਹਦਾ ਫੈਕਟਰ ਹੈ? ਇਹਨਾਂ 'ਚੋਂ ਕਹਿੰਦੇ ਨੀਚੇ ਵਾਲਾ ਜਿਹੜੀ ਰਕਮ ਹੈ ਉਹ ਕਿਹੜੀ ਦੀ ਫੈਕਟਰ ਹੈ? 3x²
माइनस 10x प्लस 8। देखो ये दो तरीके ने, ਜਾਂ ਤਾਂ ਆਪਾਂ ਜਿਵੇਂ ਇਕੁਏਸ਼ਨ ਲਿਖਿਆ ਪਹਿਲੀ ਦੂਜੀ, ਪਹਿਲੀ ਦਾ ਮਤਲਬ ਕੀ ਹੈ x ਮਾਈਨਸ 2 ਬਰਾਬਰ 0, ਤਾਂ x ਦੀ ਵੈਲਿਊ ਕਿੰਨੀ ਭਰ ਦਿਓ 2 ਭਰ ਦਿਓ। ਜੇ 2 ਪੁੱਟ ਕਰਨ ਤੇ ਆਹ ਵਾਲੀ ਰਕਮ ਜਿੱਥੇ ਉੱਪਰ ਮੈਨੇ ਟਿਕ ਲਾਈ ਹੈ 0 ਬਣ ਜੇ, ਚਲੋ ਭਰ ਹੀ ਲੈਣਾ ਪਹਿਲਾਂ 3 2 ਦਾ ਸਕੁਅਰ ਮਾਈਨਸ 10 ਗੁਣਾ 2 ਜੋੜ 8, 2 दूनी 4, 2 दूनी 4, 4 ਤੀਏ 12। 9th ਕਲਾਸ 'ਚੋਂ ਆਪਾਂ ਫਾਸਟ ਹੀ ਕਰਦੇ ਹਾਂ, 10 दूना 20 प्लस 8। ਹੁਣ ਦੇਖੋ मैं कलर चेंज कर ला, 12 ਤੇ 8 ਜੋੜਦੇ ਨੇ, ਕਿੰਨੇ ਨੇ ਜੋੜਦੇ 20, ਪਿੱਛੇ ਘਟਾਉਣੇ ਕਿੰਨੇ ਨੇ 20, ਆਨਸਰ ਕਿੰਨਾ ਆ ਗਿਆ 0। ਜੇ ਤੁਹਾਡੀ ਵੈਲਿਊ 0 ਬਣ ਗਈ ਇਹਦਾ ਮਤਲਬ ਜਿਹੜਾ ਆ ਸੀ x ਮਾਈਨਸ 2 ਉਹ ਕੀ ਸੀ ਫੈਕਟਰ, ਜਿਹਨੂੰ ਪੰਜਾਬੀ 'ਚ ਕੀ ਬੋਲਦੇ ਆ ਗੁਣਨ ਖੰਡ। ਤੁਹਾਡੀ ਪਹਿਲੀ ਹੀ ਜਿਹੜੀ ਆਪਸ਼ਨ ਸੀ ਉਹ ਗੁਣਨ ਖੰਡ ਬਣ ਗਈ, ਅਤੇ ਇੱਥੋਂ ਤੁਸੀਂ ਲਾ ਸਕਦੇ ਵੀ ਗੁਣਨ ਖੰਡ ਹੈ, ਪਹਿਲਾਂ ਹੀ ਕੀ ਹੈ ਆਨਸਰ ਹੈ। ਹੁਣ ਕਈ ਵਾਰੀ ਬੱਚੇ ਨੂੰ ਹੁੰਦਾ ਵੀ ਮੈਂ ਕਿਹੜਾ ਕਿਹੜਾ ਚੈੱਕ ਕਰੀ ਜਾਊਂਗਾ, ਕੋਈ ਗੱਲ ਨਹੀਂ, ਤੁਸੀਂ ਕਿਹੜਾ ਕਿਹੜਾ ਨਾ ਚੈੱਕ ਕਰੋ, ਤੁਹਾਨੂੰ ਦੂਜਾ ਤਰੀਕਾ ਵੀ ਦੱਸ ਦਿੰਦੇ। ਤਾਂ ਦੂਜੇ ਤਰੀਕੇ ਦੇ ਮੁਤਾਬਕ ਤੁਸੀਂ ਇਹਦੇ ਫੈਕਟਰ ਬਣਾ ਹੀ ਦਿਓ, ਜਿਵੇਂ ਆਪਾਂ ਫੈਕਟਰ ਬਣਾ ਲੈਂਦੇ ਹਾਂ। ਵਿਚਲੀ ਰਕਮ ਦੇ 2 ਹਿੱਸੇ ਕਰ ਦਿਓ, ਗੁਣਾ ਕਰੀਏ 8 ਤੀਏ 24 ਹੋਵੇ ਅਤੇ ਜੋੜ ਕਰੀਏ ਮਾਈਨਸ ਦਾ 10 ਹੋਵੇ, ਤਾਂ ਉੱਪਰ 3x ਸਾਂਝਾ ਨਿਕਲ ਗਿਆ, ਕੀ ਬਚ ਗਿਆ x ਮਾਈਨਸ 2 ਮਾਈਨਸ 4 ਕਾਮਨ x ਮਾਈਨਸ 2, ਤਾਂ ਫੈਕਟਰ ਕੀ ਬਣ ਗਿਆ x ਮਾਈਨਸ 2, ਪਿੱਛੇ ਕਿੰਨਾ ਬਚ ਗਿਆ 3x ਮਾਈਨਸ 4। ਤਾਂ ਤੁਹਾਡੇ ਦੋ ਫੈਕਟਰ ਨੇ 3x ਮਾਈਨਸ 4 ਅਤੇ x ਮਾਈਨਸ 2। x ਮਾਈਨਸ 2 ਪਹਿਲੇ ਹੀ ਨਜ਼ਰ ਆ ਰਿਹਾ, ਤਾਂ ਤੁਹਾਡਾ ਕੀ ਆ ਗਿਆ ਆਨਸਰ ਆ ਗਿਆ x ਮਾਈਨਸ 2। ਜੇ ਇਹ ਹੁੰਦਾ ਇਹ ਵੀ ਕੀ ਸੀ ਤੁਹਾਡਾ ਆਨਸਰ ਸੀ। ਕਲੀਅਰ ਹੋ ਗਿਆ ਬੇਟਾ, ਦੋਨੋਂ ਮੈਥਡ ਤੁਹਾਨੂੰ ਦੱਸਦੇ। ਵਾਟ ਇਜ਼ ਦ ਡਿਗਰੀ ਆਫ ਜ਼ੀਰੋ ਪੋਲੀਨੋਮੀਅਲ। ਦੇਖੋ ਇੱਕ ਘਾਤੀ ਬਹੁਪਦ ਹੁੰਦੀ ਹੈ ਜੇ x ਦੀ ਪਾਵਰ 1 ਹੋਵੇ, ਜੇ ਇੱਦਾਂ ਨਹੀਂ ਹੋਵੇ x ਦੀ 2 ਜੋੜ 2, ਇਹਨੂੰ ਬੋਲਦੇ ਆਪਾਂ ਦੋ ਘਾਤੀ। ਅਤੇ ਜੇ ਹੋਵੇ ਇੱਦਾਂ x ਦੀ 3 ਜੋੜ 2 x ਦੀ 2 ਜੋੜ 1, ਤੈਨੂੰ ਬੋਲਿਆ ਜਾਂਦਾ 3 ਘਾਤੀ। ਜ਼ੀਰੋ ਪੋਲੀਨੋਮੀਅਲ ਦਾ ਮਤਲਬ ਜਾਂ ਤਾਂ ਦੇਖੋ ਆਪਾਂ ਕੌਨਸਟੈਂਟ ਹੀ ਕਹਿ ਦਿੰਦੇ ਹਾਂ, ਕਿਉਂਕਿ ਅਦਰਵਾਈਜ਼ ਜੇ ਮੈਂ ਮੰਨ ਲਓ 3 ਦੀ ਪਾਵਰ 0 ਲਊਂਗਾ ਤਾਂ 1 ਬਣ ਜਾਣਾ, ਜੇ 2 ਦੀ ਪਾਵਰ 0 ਲਊਂਗਾ ਤਾਂ ਵੀ ਉਹ 1 ਬਣ ਜੂ। ਤਾਂ 0 ਡਿਗਰੀ ਤਾਂ ਮੈਂ ਲੈ ਨਹੀਂ ਸਕਦਾ, ਕਿਉਂਕਿ ਸਾਰਿਆਂ ਨੂੰ 1 ਬਣਾਈ ਜਾਂਦਾ। ਹੁਣ ਮੰਨ ਲਓ ਮੈਂ ਤਾਂ 2 ਹੀ ਦਿਖਾਉਣਾ ਚਾਹੁੰਦਾ, ਤਾਂ ਇੱਥੇ ਆਪਾਂ ਕੀ ਕਹਿ ਦਿੰਦੇ ਹਾਂ ਜ਼ੀਰੋ ਪੋਲੀਨੋਮੀਅਲ ਮਤਲਬ ਨੋਟ ਡਿਫਾਈਨਡ। ਬਸ ਸਿੰਪਲ ਇਹਦਾ ਕੀ ਲੈਂਦੇ ਹਾਂ ਨੋਟ ਡਿਫਾਈਨ। ਸਿਫਰ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ, ਤਾਂ ਆਪਾਂ ਕਹਿ ਸਕਦੇ ਹਾਂ ਪਰਿਭਾਸ਼ਿਤ ਨਹੀਂ। ਠੀਕ ਹੈ, ਬਾਕੀ ਦੇਖੋ ਜਿੰਨੀ ਕਿ ਮੈਨੂੰ ਸਮਝ ਆ ਮੋਰੇ ਤਾਂ ਮੁਤਾਬਕ ਹੀ ਤੁਹਾਨੂੰ ਦੱਸਿਆ। ਐਕਸ ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਨੇ। ਐਕਸ ਧੁਰਾ ਜਿਹੜੀ ਬਲੈਕ ਲਾਈਨ ਹੈ ਕਿਹੜਾ ਧੁਰਾ ਹੈ ਵਾਈ, ਦੂਜੀ ਲੈਣਾ ਮੈਂ ਰੈੱਡ ਲਾਈਨ ਕਿਹੜਾ ਧੁਰਾ ਹੈ ਐਕਸ, ਬਲੈਕ ਵਾਲਾ ਕਿਹੜਾ ਗਾ ਵਾਈ। ਤਾਂ ਆਪਾਂ ਐਕਸ ਧੁਰੇ 'ਤੇ ਕੋਈ ਬਿੰਦੂ ਮਤਲਬ ਲਾਲ ਲਾਈਨ 'ਤੇ ਬਿੰਦੂ ਲੈਤਾ ਮੈਨੇ, ਕੋਈ ਬਿੰਦੂ ਲੈ ਲਓ, ਆ ਪਰਪਲ ਜੇ 4-5 ਬਿੰਦੂ ਬਣਾਤੇ ਮੈਨੇ ਐਕਸ ਧੁਰੇ 'ਤੇ ਨੇ ਸਾਰੇ, ਕਿੱਧਰ ਮਰਜ਼ੀ ਬਣਾ ਦਿਓ। ਅਤੇ ਇਹਦੀ ਵੈਲਿਊ ਤੁਹਾਨੂੰ ਪਹਿਲਾਂ ਵੀ ਇੱਕ ਸਵਾਲ ਪਾਰਟ 1 ਦੇ ਵਿੱਚ ਵੀ ਕਰਾਇਆ ਸੀ। ਇਹਦੀ ਵੈਲਿਊ ਕਿੰਨੀ ਹੈ 0, ਇਹਦੀ ਵੈਲਿਊ ਕਿੰਨੀ ਹੈ 2,0, ਇਹਦੀ ਵੈਲਿਊ ਕਿੰਨੀ ਹੈ -2,0। ਸਭ ਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਵੈਲਿਊ ਜਿਹੜਾ ਮਗਰ ਵਾਲਾ ਪਾਰਟ ਹੈ ਜਿਹਨੂੰ ਮੈਂ ਗ੍ਰੀਨ 'ਚ ਲਿਖ ਰਿਹਾ ਉਹਦੀ ਕੀ ਰਹਿ ਰਹੀ ਹੈ ਹਮੇਸ਼ਾ 0। ਕੀ ਚੇਂਜ ਹੋ ਰਿਹਾ ਜਿੱਤੇ ਮੈਂ ਪਿੰਕ ਮਾਰਕ ਲਾ ਰਿਹਾ, ਤਾਂ ਪਿੰਕ ਮਤਲਬ ਕੁਛ ਵੀ ਹੋ ਸਕਦਾ, ਆਪਾਂ ਕੀ ਲੈ ਲਿਆ ਇਹਨੂੰ ਐਕਸ। ਤਾਂ ਐਕਸ ਧੁਰੇ 'ਤੇ ਕੋਈ ਵੀ ਸਥਿਤ ਬਿੰਦੂ ਆ ਉਹਦੇ ਜਿਹੜੇ ਨਿਰਦੇਸ਼ਾਂਕ ਨੇ ਕੀ ਹੁੰਦੇ ਨੇ x, 0। ਅਤੇ ਜੇ ਉਲਟ ਪੁੱਛ ਲੈਂਦੇ y 'ਤੇ ਪੁੱਛ ਲੈਂਦੇ ਉਹਦਾ ਆਨਸਰ ਕੀ ਲੈਣਾ 0, y। ਜੇ ਤਾਂ ਪੁੱਛਿਆ ਹੀ ਨਹੀਂ ਤਾਂ ਪੁੱਛਿਆ ਕੀ ਸੀ ਐਕਸ ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਕੀ ਲੈਣੇ ਨੇ।
x, 0। क्लीयर है बेटा। दो समानांतर खामां ते काटवीं रेखा नाल बने इक्को पासे दे अंदरले कोणां दा जोड़ किन्ना हुंदा है? इधर समझो, सम ऑफ इंटीरियर एंगल मेड ऑन सेम साइड, दो लाइनां ने कटती है तो जिहड़े आ ब्लैक ना बनने इक्को पासे दे अंदरूनी, पहलां भी कीता सी ना, किन्ना हुंदा इन्हां दा जोड़ 180, इन्हां जोड़ किन्ना दा बन 80। पता लग गया बेटा, ये प्रॉपर्टी है। इफ ट्रैंगल ए बी सी जिहड़ा चिन्ह है बेटा सर्वंग सम का चिन्ह होंदा, आ वाला काहदा चिन्ह होंदा? सर्वंग सम। अंग्रेजी च कनगोरेंस बोलते हैं, ठीक है। ए बराबर हो 70 दे, जैड बराबर हो 50 दे। फाइंड द वैल्यू ऑफ एक्स, एक्स की वैल्यू पता करनी। अंग्रेजी पंजाबी च कोई सी नहीं है। मैं दो ट्रैंगल बना दिया, ब्लैक का नाम मैंने रखता ए बी सी, तो रैड का मैंने नाम रखता जिमें इन्हें लिखा, देखो उसे क्रम के चलना, क्रम नहीं चेंज करना। वाई ए पहला सी तो ए दे नाल की लिखा मैंने वाई, बी दूजे नंबर ते तो बी है, तो इधर की लिखूँगा मैं जैड, सी दे अगेंस्ट की लिखूँगा मैं एक्स। हुण ए की वैल्यू कितनी है? 70, तो वाई की वैल्यू भी कितनी होगी? 70। क्लीयर है। हुण जैड की वैल्यू कितनी है? 50। कितनी है जैड की वैल्यू? 50। तो बी की वैल्यू भी कितनी होगी? 50 हो। तो मैं कलर चेंज कर लेना ना ताकि तुहानूं समझ लग जाए। पुछी का दी वैल्यू इन्होंने एक्स की, तो एक्स कितने है? जिथे मर्जी हो। तीजा कौन बच गया? एक 70 का, दूजा 50 का। ਆਪਾਂ ਨੂੰ पता तिन्ने कोणों का जोड़ कितना होंदा? 180। 70 ते 50 किन्ने होंदे ने? 120। तो तीजा किन्ने का बच गया? 60 का। तो तिन्ने कोणों का जोड़ कितना होंदा? 180। तेरी वैल्यू कितनी है एक्स की? 60। जे सी पुछ लेंदे तो भी कितना आउंदा? 60 ही आउंदा। तो 60 के उत्ते तुसीं ने टिक ला देना। कितने 60? कितना सम सी? 28। तो ऑप्शन नंबर कितनी आ गई? थर्ड। वैल विच ऑफ द फॉलोइंग कांट बी एक्सटीरियर एंगल। एक्सटीरियर देखो इनू बोलते हैं, आ एक ट्रैंगल है, यदि कोई भी एक भुजा आप बढ़ा लें, बढ़ा लिया तो जोड़ा कोण बनता इनू बोलते हैं एक्सटीरियर एंगल। एक्सटीरियर का मतलब होंदा पंजाबी च बाहरी कोण। आप एक सवाल भी किया, जो बाहरी कोण होंदा किहदे बराबर होंदा? अंदरूनी सन्मुख कोणां दे जोड़ दे बराबर। तो हुण एक्सटीरियर एंगल कितना हो सकता है? हुण ये कितना भी हो सकता है, 0 तो लैके 179.999। पर ध्यान रखो 180 नहीं हो सकता। तुसीं कहो 180 क्यों नहीं हो सकता? हुण मान लो मैं 180 ले लेना, तो फिर दूजे पासे ट्रैंगल ही नहीं बननी। 180 का कोण इन्ना आंदा ना, तो फिर ट्रैंगल कित्थे बनावां? क्यों? क्योंकि बाहरी कोण किहदे बराबर होंदा है? आ बाहरी कोण है, आप सवाल किया सी 1 जोड़ 2 दे। ਇਹਦਾ मतलब एक कितना हो गया? 90। दूजा भी कितना हो गया? 90। ਜਾਂ 90 ਤੋਂ ਵੱਧ ਹੋ ਗਏ। ਜੇ ਦੋ ਕੋਣਾਂ ਦਾ ਜੋੜ ਹੀ 180 ਹੋ ਗਿਆ, ਫਿਰ ਤੀਜਾ ਕੋਣ ਕਿੱਥੇ ਗਿਆ? ਹਵਾ 'ਚ। ਤੇਰਾ मतलब ਕਿਹੜਾ ਨਹੀਂ ਹੋ ਸਕਦਾ? 180। 180 ਜਾਂ 180 ਤੋਂ ਵੱਧ नहीं हो सकता, घट हो सकता है। 180 या 180 तो ਵੱਧ नहीं हो सकता, 0 भी नहीं हो सकता। 1 तो लैके 179 तक हो सकता, 0 भी नहीं हो सकता। मतलब पहला मैं शायद लिखता ट्रैंगुलर पार्क है तो कौन है इदा दी, वो एक भुजा कितनी है? 11, 1 15, 1 14। ਉਹਦੀ ਐਸ पता करनी है। हीरो सूत्र 'ਚ ਦੱਸਿਆ ਸੀ ਨਾ ਕੀ ਹੁੰਦਾ? ਭੁਜਾਵਾਂ ਦਾ ਜੋੜ A ਜੋੜ B ਜੋੜ C ਬਟੇ
2 3 4 ਵਾਰੀ ਆ ਗਿਆ। ਤਾਂ ਭੁਜਾਵਾਂ ਕਿੰਨੀਆਂ ਨੇ 11 ਤੇ 14 25, 25 ਤੇ 15 40 40 ਕਿੰਨਾ ਆ ਗਿਆ ਵੰਡ ਕੇ 20। ਤਾਂ 20 ਦੇ ਉੱਤੇ ਤੁਸੀਂ ਟਿਕ ਲਾ ਲਓ। ਆਪਣੇ 10 ਸਮ ਰਹਿ ਗਏ ਪਾਰਟ 2 ਦੇ, 10 ਕੁ ਮਿੰਟ 'ਚ ਆਪਾਂ ਕਰ ਲਾਂਗੇ। ਠੀਕ ਹੈ ਬੇਟਾ, ਤਾਂ ਵੀਡੀਓ ਪੂਰੀ ਦੇਖਿਓ। ਦ ਐਲਟੀਚਿਊਡ ਆਫ ਇਕੁਲੇਟਰਲ ਟ੍ਰਾਇੰਗਲ ਆਫ ਸਾਈਡ 8 ਸਮ। ਲੰਬ ਕੱਢਣਾ ਹੈ, ਐਲਟੀਚਿਊਡ ਕੱਢਣਾ ਹੈ ਕਿਹਦਾ ਸਮਭੁਜੀ ਤਿਕੋਣ ਦਾ। ਤਾਂ ਸਮਭੁਜੀ ਤਿਕੋਣ ਦਾ ਜੇ ਲੰਬ ਕੱਢਣ ਜਾਂ ਐਚ ਕੱਢਣ ਦਾ ਫਾਰਮੂਲਾ ਤੁਹਾਨੂੰ ਪਤਾ ਹੋਵੇ ਤਾਂ ਸਿੰਪਲ ਫਾਰਮੂਲਾ √3/2 ਗੁਣਾ ਏ। ਇਹਦਾ ਮਤਲਬ ਕੀ ਹੈ ਭੁਜਾ ਵਰਗਮੂਲ 3/2 ਗੁਣਾ ਭੁਜਾ ਕਿੰਨੀ ਹੈ 8 ਵੰਡ ਦੋ ਕਿੰਨਾ ਆ ਗਿਆ 4। ਤੁਹਾਡਾ ਆਨਸਰ ਕਿੰਨਾ ਆ ਗਿਆ 4√3। ਮੈਨੂੰ ਇੱਕ ਬੱਚਾ ਪੁੱਛਦਾ ਸੀ ਸਰ ਕਹਿੰਦਾ ਵੀ ਐਂ ਸਾਡੇ ਯਾਦ ਕਿਵੇਂ ਰਹੂਗਾ। ਹੁਣ ਮੰਨ ਲਓ ਅਸੀਂ ਫਾਰਮੂਲਾ ਭੁੱਲ ਗਏ, ਕੋਈ ਦਿੱਕਤ ਨਹੀਂ, ਦੂਜੂ ਵੀ ਸਮਝਾ ਦਿੰਦਾ, ਇਹ ਤਾਰ ਲਿਓ। ਹੁਣ ਸਮਭੁਜੀ ਤਿਕੋਣ ਕਿੱਦਾਂ ਦਿੰਦੀ ਹੈ ਇੱਦਾਂ ਦੀ। ਤਾਂ ਆਹ ਕੀ ਅੰਦਰ ਹੈ ਜਿਹੜੀ ਆਪਾਂ ਕੱਢਣ ਨੂੰ ਆਖਿਆ ਐਲਟੀਚਿਊਡ, ਜਿਹਨੂੰ ਹਾਈਟ ਕਹਿ ਦਿੰਦੇ ਹਾਂ। ਬਲੈਕ ਕਿੰਨੇ ਨੇ ਸਾਰੇ 8 ਦੇ। ਤਾਂ ਜਿਹੜਾ ਇਹ ਅੱਧਾ ਰਹਿ ਜਾਂਦਾ, ਅੱਧਾ ਕਿੰਨਾ ਹੋ ਗਿਆ 4। ਤਾਂ ਹੁਣ ਇਹ ਕੀ ਹੈ ਸਮਕੋਣੀ ਤਿਕੋਣ। ਸਮਕੋਣੀ ਤਿਕੋਣ 'ਚ ਮੈਨੇ ਕੀ ਕੱਢਣੇ ਐਚ। ਤਾਂ ਕੀ ਬਣ ਗਿਆ ਹਾਈਪੋਟੀਨਿਊਜ਼, ਜਿਹਨੂੰ ਕੀ ਬੋਲਦੇ ਨੇ ਕਰਨ। ਕੀ ਹੁੰਦਾ 8 ਦੀ 2 ਮਾਈਨਸ 4 ਦੀ 2। ਹਾਈਪੋਟੀਨਿਊਜ਼ ਮਾਈਨਸ ਬੇਸ ਸਕੁਅਰ ਕੀ ਬਣ ਗਿਆ ਐਚ। 64 ਮਾਈਨਸ 16 ਕਿੰਨਾ ਬਣ ਗਿਆ 48। ਤਾਂ 48 ਦਾ ਅੰਡਰ ਰੂਟ ਕਿੰਨਾ ਹੁੰਦਾ ਸੋਚੋ 16 ਗੁਣਾ 3 ਨਹੀਂ ਆਉਂਦਾ ਨਾ ਸੀ। 16 ਗੁਣਾ 3 16 ਦਾ ਵਰਗਮੂਲ ਕਿੰਨਾ ਹੁੰਦਾ 4, ਪਿੱਛੇ ਕਿੰਨਾ ਬਚ ਗਿਆ ਅੰਡਰ ਰੂਟ 3। ਇੱਥੋਂ ਵੀ ਆਪਾਂ ਕੱਢ ਸਕਦੇ, ਦੇਖੋ ਵੈਲਿਊ ਕਿੰਨੀ ਆਈ ਹੈ ਸੇਮ ਆਈ ਹੈ 4 ਵਰਗਮੂਲ 3। ਕਲੀਅਰ ਹੋ ਗਿਆ ਬੇਟਾ। ਦੋਨੋਂ ਤਰੀਕੇ ਮੈਂ ਤੁਹਾਨੂੰ ਸਮਝਾਤੇ, ਜੋ ਚੰਗਾ ਲੱਗਦਾ ਉਹ ਆਪਦੀ ਕਾਪੀ 'ਤੇ ਨੋਟ ਕਰ ਲਓ। ਅਤੇ ਆਪਸ਼ਨ ਕਿਹੜੀ ਬਣ ਗਈ ਆਪਸ਼ਨ ਨੰਬਰ 10। ਜੇਕਰ ਇੱਕ ਤਿਕੋਣ ABC ਵਿੱਚ AB ਜੋੜ BC ਬਰਾਬਰ ਹੋ ਜੇ CA। ਕਹਿੰਦੇ ਕੋਈ ਤਿਕੋਣ ਹੈ ABC ABC। ਹੁਣ AB ਅਤੇ BC ਦਾ ਜੋੜੋ, AB ਅਤੇ BC ਇਹਦਾ ਜੋੜੋ AB BC ਇਹਦਾ ਜੋੜ ਕੀ ਬਣ ਜੇ AC। ਅਤੇ ਦੇਖੋ ਤਾਂ ਕੀ ਬਣ ਗਿਆ ਇੱਕ ਸਮਰੇਖੀ ਬਣ ਗਿਆ। ਤਾਂ ਤਿਕੋਣ ਤਾਂ ਬਣੀ ਨਾ, ਜਦੋਂ ਤਿਕੋਣ ਬਣੀ ਨਹੀਂ ਟ੍ਰਾਇੰਗਲ ਬਣੀ ਨਹੀਂ ਬਣੀ। ਜੋ ਟ੍ਰਾਇੰਗਲ ਹੀ ਨਹੀਂ ਬਣੀ ਤਾਂ ਫਿਰ ਏਰੀਆ ਕਿੱਥੋਂ ਹੋਊਗਾ ਨਾ। ਤਾਂ ਏਰੀਆ ਕਿੰਨਾ ਬਣ ਜੂ 0। ਜੇ ਟ੍ਰਾਇੰਗਲ ਹੋਊਗੀ ਫੇਰ ਹੀ ਏਰੀਆ ਹੋਊਗਾ। ਜਦੋਂ ਤਿੰਨੋਂ ਬਿੰਦੂ ਇੱਕੋ ਲਾਈਨ 'ਤੇ ਹੋ ਜਾਂਦੇ ਤਾਂ ਏਰੀਆ ਨਹੀਂ ਹੁੰਦਾ। ਤਾਂ ਕਿੰਨਾ ਬਣ ਜੂ 0 ਵਰਗ ਇਕਾਈਆਂ। ਕਿਉਂ? ਕਿਉਂਕਿ ਇਹ ਇੱਕੋ ਲਾਈਨ 'ਤੇ ਨੇ। ਹੁਣ ਅੱਗੇ ਦੇਖੋ ਤਿਕੋਣ ABC ਅਤੇ ਤਿਕੋਣ DEF ਕੀ ਨੇ ਉਹ B ਬਰਾਬਰ ਹੈ E ਦੇ, F ਬਰਾਬਰ ਹੈ C ਦੇ, ਅਤੇ AB ਬਰਾਬਰ ਕਿਹਦੇ ਹੈ 2DE ਦੇ। ਸ਼ਕਲਾਂ ਬਣਾ ਲਈ ਪਹਿਲਾਂ ਆਪਾਂ ABC। ਦੂਜੀ ਕਿਹੜੀ ਹੈ DEF। B ਬਰਾਬਰ ਕਿਹਦੇ ਹੈ E ਦੇ, F ਬਰਾਬਰ ਕਿਹਦੇ ਹੈ C ਦੇ। ਦੋ ਕੋਣ ਬਰਾਬਰ ਹੋ ਗਏ। ਅਤੇ ਜਿਹੜੀ AB ਭੁਜਾ ਗਈ ਉਹ ਕੀ ਹੈ ਆਹ ਵਾਲੀ DE ਭੁਜਾ ਤੋਂ ਡਬਲ ਹੈ। AB ਭੁਜਾ ਕੀ ਹੈ DE ਤੋਂ ਦੁੱਗਣੀ ਹੈ। ਦੇਖੋ ਜਦੋਂ ਕੋਣ ਬਰਾਬਰ ਨੇ, ਦੋ ਕੋਣ ਬਰਾਬਰ ਨੇ, ਜਦੋਂ ਦੋ ਕੋਣ ਬਰਾਬਰ ਨੇ ਤੀਜਾ ਤਾਂ ਆਟੋਮੈਟਿਕਲੀ ਬਰਾਬਰ ਹੋ ਹੀ ਜਾਊਗਾ। ਤਾਂ A ਨੇ ਕਿਹਦੇ ਬਰਾਬਰ ਹੋ ਜਾਣਾ D ਦੇ। ਤਾਂ ਤਿੰਨੋਂ ਕੋਣ ਬਰਾਬਰ ਨੇ, ਭੁਜਾਵਾਂ ਦਾ ਬਰਾਬਰ ਹੈ ਹੀ ਨਹੀਂ। ਜਦੋਂ ਕੋਣ ਬਰਾਬਰ ਹੁੰਦੇ ਨੇ ਤਾਂ ਕਿਹੜਾ ਨਿਯਮ ਬਣ ਗਿਆ A
पजामा बारे कुछ पता ही नहीं क्योंकि बराबर है ही नहीं, हर कोई बराबर ने नहीं बराबर। तो किहड़ा नियम बन गया? समरूपता, सिमिलरली, सिमिलर बन गया। की बोलते पंजाबी च? समरूपता। सिमिलर ट्रायंगल हो गया। तो बेटा सिमिलर ट्रायंगल ने सरवंग सम नहीं है। इन्होंने एक होर ही विच लिख रहा की समदोभुजी ने। तो आपां नूं की पता भी वो सारे पजामा बराबर हैगियां कि नहीं हैगियां, क्योंकि उन्होंने तो कहा ही नहीं भी पजामा आपस च बराबर हैगियां ने कि नहीं हैगियां। उन्होंने कोना का आपस च नहीं कुछ भी दसिया, सिर्फ यही दसिया भी आ एक ट्रायंगल है, एक ट्रायंगल आ गई, ये ABC है, आ DEF है, आ कौन ये बराबर है, लाल कौन लाल दे बराबर है, परपल कौन परपल दे बराबर है। लेकिन समदोभुजी दे विच गल ही नहीं आउंदी, किते भी नहीं आउंदी, ते ना ही ये सरवंग सम ने। सरवंग सम पर समदोभुजी नहीं, सरवंग सम तो है ही नहीं। सरवंग सम दे नाल नाल समदोभुजी भी ने, ये भी नहीं। तो पहली ऑप्शन ते चौथी ऑप्शन तो दोनों ही कट्टियां गई। समदोभुजी ने कहने पर सरवंग सम नहीं हैगी। समदोभुजी बारे तो मैनूं पता ही नहीं भी है कि नहीं हैगी। तीजी कहते ना तो सरवंग सम ने ते ना ही समदोभुजी ने। तो इन्हां चों मैनूं बैटर ऑप्शन किहड़ी लगी? ऑप्शन नंबर 3, ना तो सरवंग सम ने ते ना ही समदोभुजी। तो आई विल गो फॉर ऑप्शन नंबर 3। आई मे बी रॉन्ग, ठीक है, जो मेरी समझ सी मैं दसता। 34वां सवाल है, ये बड़े ध्यान नाल देखो, थोड़े कंट्राडिक्टरी है ये सवाल, ध्यान नाल समझो। ए की एक प्रमेय संख्या मतलब रैशनल नंबर, तो बी की है इरैशनल, आई आर लिख देना इरैशनल। तो कहते ए बटे बी की होगा। कंडीशन इन्होंने कोई नहीं दी। पहली नज़र हरेक बच्चा कहता इरैशनल बटे इरैशनल की हुंदा इरैशनल। हरेक बच्चा जिहड़ा भी सोचता है, मेरी अज अध्यापकों नाल भी गल हुई 2-3 नाल, उन्होंने भी पहली नज़र दे विच मैनूं आंसर दिता इरैशनल। उन्हों की गल भी ठीक सी, क्योंकि उदों कंडीशन दी हुंदी है भी जिहड़ा ए है वो रैशनल है, पर वट एज नॉट इक्वल टू 0। तुहाडा भी एक पहला सवाल आया से लिखा सी गैर सिफर प्रमेय संख्या, शब्द सी गैर सिफर प्रमेय संख्या। इत्थे इन्होंने कंडीशन दी हुई नहीं। हुण मान लो मैं ए लै लेना 2 बटे वर्गमूल 3, आ रैशनल है, आ की है इरैशनल। हुण मेरे को संख्या की बन गई 2 बटे वर्गमूल 3, जिहड़ी की है इरैशनल। ठीक है, इरैशनल आ गया। हुण इत्थे मैं मान लेना भी जिहड़ी रैशनल संख्या की है 0 है, इरैशनल की है वर्गमूल 5। वंडियो मड़ा जाना, आ ए है, आ की है बी। करो जी ए बटे बी, 0 बटे वर्गमूल 5 कितना आगे कट के 0, क्योंकि 0 नूं कासे नाल भी वंडीए की हुंदा है 0, तो 0 की हुंदा है रैशनल। तो आंसर तो रैशनल आ गया। हुण ये ज़्यादा कंडीशन लिखनी हो भुल गए, ਜਾਂ इन्हों ने जान के नहीं लिखी। जिते कंडीशन लिखनी भुल गए फिर तो आंसर आना सी अपरमेय संख्या, इरैशनल नंबर, इरैशनल। तो कहते दोवें ए अते बी, दोवें नहीं सी लिखना, इत्थे लिखना सी ए जां बी, दोवें ए अते बी। ए तो हम उपरले रकम च बन के कहता भाई कहना चाहते हैं तीजी ऑप्शन 1 जां 2, भी दोनों ऑप्शनों च कोई एक, मतलब हो सकता वो रैशनल हो सकता वो इरैशनल हो, भी दोनों च कोई भी हो सकता है। तो ऑप्शन 3 भी बच्चा जे लाउंदा तो ठीक करनी चाहिए। अदरवाइज जो आंसर यही सी रैशनल और इरैशनल बोथ, दोनों च कोई एक हो सकता है, रैशनल और इरैशनल। तो टीचर जे कोई देख रहा है तो इस दे विच 2 या 3 जे बच्चे ने दोनों च कोई भी एक लाया
जे 2 लाया तो भी ठीक कर दो जी, 3 लाया तो भी ठीक कर लो। विद्यार्थी जरूर समझ लैन, इत्थे कंडीशन होंदी है प्रमेय दे विच ए 0 ना होवे, ये जरूर याद रखना। समझाता तुहानूं। हुण अगे कि जे ट्रायंगल ए बी सी, देखो मैं छोटा कर ला, मैनू तो देख ही रहा ए बी सी, दूजे पासे की है पी क्यू आर, पी क्यू आर। कहते ये किहड़ा किहदे कथन दे सही है, इत्थे भी इन्होंने एरो ला रखे ने। चलो आप चलते बी आर, पहली कंडीशन लिखी है बी आर, दूजी है सी क्यू, जे नहीं दिख रहा, तीजी है ए आर, चौथी हैगी है ए पी। ए पी लास्ट वाली तो देखो ठीक ही है, बाकी चेक कर लो बी आर, आर तो परे जा रहा, बी इत्थे है, क्यू नाल तो हो सकता है, आर नाल नहीं हो सकता, कट दो। सी क्यू, सी उरे पे है, क्यू उल्ट पासे है, ये भी कट दो। ए उपर है, आर नीचे है, ये भी कट दो। तो तुहाडा आंसर की है ए पी, ऑप्शन नंबर 4। अगे देखो, भुजा पी वाले एक समभुजी त्रिभुज का खेत्रफल, समभुजी नूं बोलते इक्विलैटरल ट्रायंगल, एरिया ऑफ एन इक्विलैटरल ट्रायंगल। किते कोई सवाल नहीं अंग्रेजी वालों समझ लगे तो देख सकते हैं। इक्विलैटरल ट्रायंगल की हुंदा, फार्मूला बड़ा सौखा है, वर्गमूल 3/4 गुणा भुजा गुणा भुजा। हुण भुजा इन्होंने दे रखी है, कितनी दे रखी है ध्यान रखियो, साइड की है पी, क्योंकि आप कई बच्चों ने फार्मूला ये बना लिया पी गुणा पी, पी गुणा पी का मतलब कि पी स्क्वायर। कई बच्चे ने फार्मूले आ 3/4 ए दी 2, वो यही कहना चाहता भी ए कोई फार्मूला नहीं, ए की है भुजा। हुण उरे ए भुजा ए दी जगह ते की देता साइड पी, तो आप पी वाला फार्मूला लावांगे नहीं, अदरवाइज बच्चा कई बार बच्चे ए ते टिक ला जाता, ये नहीं लाना, की लाना ऑप्शन नंबर 2, वर्गमूल 3/4 पी दी 2, ए दी 2 नहीं लाना, क्यों? क्योंकि साइड दी हुई है पी। इन्हें गिवन डायग्राम ओ ए बराबर है ओ बी, ओ डी बराबर है ओ सी। देखो आ डायग्राम आ बराबर है ये, आ बराबर है ये, तो विचकारला कोण बराबर ही है, तो त्रिभुजा की हो गई सर्वांग सम। तो सर्वांग समता विच की लिखोगे ध्यान दो, जे ए तो शुरू होने ए ओ, तो दूजे पासे की बन जूगी, ए तो शुरू किया ना, उधरले पासे ए ओ दे बराबर की है बी ओ, की ओ दे बराबर बी ओ, ए ओ उधर की है बी ओ, फिर उधर की है ओ डी, उधर की है ओ सी, विचाले बना दो सिंपल। जे तुहानूं ऑप्शन दिख रही है किते तो तुहाडा की है आंसर। दोबारा समझाना, देखो ध्यान स्क्रीन, देखो ए ओ किहदे बराबर है बी ओ, देखो लिखे ना ए ओ बराबर है बी ओ। फिर अगे की है ओ डी बराबर की है ओ सी। जो दो भुजावां बराबर ने, आ कोण बराबर नज़र आ ही रहे, तो की बन गए सर्वंग सम। तो तुसी ए ओ डी सर्वंग सम बी ओ सी जे नज़र आ रहा तो टिक ला दो, ये नहीं हैगा, ये भी नहीं हैगा, आप है ए ओ डी सर्वंग सम बी ओ सी। तो ऑप्शन नंबर कितना लाना है 2। अपने 3 सवाल ही रह गए। प्रोबेबिलिटी ऑफ गेटिंग 2 हेड्स वैन वी टॉस 2 कॉइन, जे 2 कॉइन का टॉस कर दें, देखो 2 का मतलब पहले तो भी की होंगे हैड टेल, दूजे ते भी की है हैड टेल, तो अपने को की संभावना बन गई, दोनों हैड, मतलब आ जे, दूजा की है दोनों टेल आ जाए, तीजी संभावना की है हैड टेल, चौथी संभावना की है टेल हैड। तो टोटल मेरे को कितनी संभावना आ गई 4, 1
2 3 4 ਤੇ ਇਹਨਾਂ ਨੇ ਕੀ ਆਖਿਆ ਕੀ ਆਵੇ ਪ੍ਰੋਬੇਬਿਲਿਟੀ ਆਫ ਗੈਟਿੰਗ ਬੋਥ ਹੈਡ ਦੋਨੋਂ ਹੈਡ ਤਾਂ ਦੋਨੋਂ ਹੈਡ ਦੀ ਕਿੰਨੀ ਸੰਭਾਵਨਾ ਹੋਗੀ ਇੱਕ ਵਾਰੀ ਹੈ ਬਟੇ ਕਿੰਨਾ ਗਾ 4 ਕਿਉਂਕਿ ਕੁੱਲ ਕਿੰਨੀਆਂ ਸੰਭਾਵਨਾਵਾਂ ਨੇ 4 ਨੇ ਤਾਂ ਆਨਸਰ ਕਿੰਨਾ ਆ ਗਿਆ 1/4 ਆ ਸੀ ਆਪਸ਼ਨ ਨੰਬਰ 3 ਵੱਡੀ ਕਰਕੇ ਦਿਖਾ ਦੇਣਾ 1/4 ਹਾਊ ਮੈਨੀ ਮਿਨੀਮਮ ਪੁਆਇੰਟਸ ਏ ਯੂਨੀਕ ਸਟੇਟ ਲਾਈਨ ਕੈਨ ਬੀ ਡਰਾ ਇੱਕ ਵਿਲੱਖਣ ਲਾਈਨ ਖਿੱਚਣ ਵਾਸਤੇ ਘੱਟੋ ਘੱਟ ਕਿੰਨੇ ਬਿੰਦੂਆਂ ਦੀ ਲੋੜ ਹੈ ਇੱਕ ਲਾਈਨ ਖਿੱਚਣੀ ਹੈ ਇੱਕ ਬਿੰਦੂ ਲੈਣਾ ਇਹ ਲਾਈਨ ਨਹੀਂ ਹੈ ਹੁਣ ਮੈਂ 2 ਬਿੰਦੂ ਲੈ ਲਏ ਪਰਪਲ ਜਿਹੇ ਬਿੰਦੂ ਨਜ਼ਰ ਆ ਰਹੇ ਨਾ ਸ਼ਾਬਾਸ਼ ਦੋਨਾਂ ਨੂੰ ਬੁਲਾ ਦਿਓ ਮਿਲਾਉਣ ਤੋਂ ਬਾਅਦ ਥੋੜ੍ਹਾ ਵਧਾ ਦਿਓ ਕੀ ਬਣ ਗਈ ਇੱਕ ਲਾਈਨ ਬਣ ਗਈ ਤਾਂ ਘੱਟੋ ਘੱਟ ਕਿੰਨੇ ਬਿੰਦੂਆਂ ਵਿੱਚ ਇੱਕ ਲਾਈਨ ਖਿੱਚੀ ਜਾ ਸਕਦੀ ਹੈ ਤਾਂ ਦੇਖੋ ਆਪਾਂ ਕਿੰਨੇ ਪੁਆਇੰਟ ਲੈਤੇ ਸੀ ਨਜ਼ਰ ਨਹੀਂ ਆ ਰਹੇ ਪਰਪਲ ਕਰਕੇ ਇੱਕ ਇੱਥੇ ਸੀ ਇੱਕ ਇੱਥੇ ਤਾਂ ਘੱਟੋ ਘੱਟ ਕਿੰਨੇ ਪੁਆਇੰਟਾਂ ਦੀ ਲੋੜ ਹੈ 2 ਪੁਆਇੰਟਾਂ ਦੀ ਕੋਈ 2 ਨਹੀਂ ਲਵਾਂਗੇ ਤਾਂ ਵੀ ਤੁਹਾਨੂੰ ਆਨਸਰ ਜੇ ਮੰਨ ਲਓ 1 ਲੈ ਲਾ ਮੈਂ 1 ਚੋਂ ਲਾਈਨ ਕੱਢੀ ਲਓ ਜੀ 1 ਨਿਕਲ ਗਈ ਦੂਜੀ ਨਿਕਲ ਗਈ ਤੀਜੀ ਨਿਕਲ ਗਈ ਚੌਥੀ ਪਤਾ ਨਹੀਂ ਕਿੰਨੀਆਂ ਕੁ ਨਿਕਲ ਜਾਣ ਲੇਕਿਨ 2 ਦੇ ਵਿੱਚੋਂ ਆ 2 ਪੁਆਇੰਟ ਨੇ ਮੈਂ ਜੋ ਲਾਈਨ ਕੱਢਦਾ ਲਓ ਜੀ ਲਾਈਨ ਕੱਢਤੀ ਦੋਨੇ ਪੁਆਇੰਟਾਂ 'ਚੋਂ ਹੁਣ ਜੇ ਤੁਸੀਂ ਹੋਰ ਇਹਦੇ 'ਚੋਂ ਲਾਈਨ ਕੱਢਣ ਲੱਗੋਗੇ ਤਾਂ ਨਹੀਂ ਨਿਕਲਣੀ ਇਹੀ ਨਿਕਲੂਗੀ ਹੋਰ ਨਿਕਲ ਹੀ ਨਹੀਂ ਸਕਦੀ ਤਾਂ ਘੱਟੋ ਘੱਟ ਕਿੰਨੇ ਪੁਆਇੰਟ ਚਾਹੀਦੇ ਨੇ 2 ਚਾਹੀਦੇ ਮੀਨਾ ਇੱਕ ਕੱਪੜੇ ਦਾ ਮਾਸਕ ਬਣਾਉਣਾ ਚਾਹੁੰਦੀ ਹੈ ਇੱਕ ਟੁਕੜੇ ਦੀ ਲੰਬਾਈ ਚੌੜਾਈ ਉਚਾਈ ਕਿੰਨੀ ਹੈ 5 8 ਤੇ 5 5 8 5 ਤਾਂ ਪਹਿਲਾਂ ਕੀ ਕੱਢਾਂਗੇ S 5 ਜੋੜ 8 ਜੋੜ 5/2 5 ਦੇ 8 13 ਤੇ 5 18 ਵੰਡੇ 2 ਕਿੰਨਾ ਆ ਗਿਆ 9 ਕਿਹੜਾ ਫਾਰਮੂਲਾ ਲਾਉਂਗੇ ਵੈਰੀ ਗੁੱਡ ਹੀਰੋ ਸੂਤਰ ਹੀਰੋ ਦਾ ਫਾਰਮੂਲਾ S ਪਤਾ ਪਜਾਮਾ ਪਤਾ ਨੇ S ਕਿੰਨਾ ਸੀ 9 ਪਜਾਮਾ ਕਿੰਨੀਆਂ ਨੇ A ਕਿੰਨਾ 5 B ਕਿੰਨਾ 8 C ਕਿੰਨਾ 5 ਫਾਰਮੂਲਾ ਕੀ ਹੁੰਦਾ S ਮਾਈਨਸ A S ਮਾਈਨਸ B S ਮਾਈਨਸ C ਇੱਥੋਂ ਤੱਕ ਦੇਖ ਲਓ ਕਿ ਮੈਂ ਸਿੱਧਾ ਲਿਖੂੰਗਾ S ਕਿੰਨਾ 9 'ਚੋਂ A ਕੱਢੀਏ 5 ਕਿੰਨਾ ਆ ਗਿਆ 4 8 ਘਟਾ ਦਿਓ ਕਿੰਨਾ ਆ ਗਿਆ 1 ਫਿਰ 5 ਘਟਾ ਦਿਓ ਕਿੰਨਾ ਆ ਗਿਆ 4 ਦੇਖੋ 4 ਕੈ ਵਾਰੀ ਹੈ 2 ਵਾਰੀ 9 ਦਾ ਵਰਗਮੂਲ ਸਾਰੇ ਬੱਚਿਆਂ ਨੂੰ ਪਤਾ ਕਿੰਨਾ ਹੁੰਦਾ 3 ਤਾਂ 4 ਤੀ ਕਿੰਨਾ ਬਣ ਗਿਆ 12 ਤਾਂ ਤੁਹਾਡਾ ਆਨਸਰ ਕਿੰਨਾ ਹੋਗਾ 12 ਟਿਕ ਤਾਂ ਮੇਨਲੀ ਦੇਖੋ ਮੇਰਾ ਮਤਲਬ ਸੀ ਤੁਹਾਨੂੰ ਕਨਸੈਪਟ ਸਮਝਾਉਣਾ ਆਨਸਰ ਦੇਖੋ ਸਵਾਲ ਦੇ ਰਕਮਾਂ ਬਦਲਦੀਆਂ ਰਹਿੰਦੀਆਂ ਨੇ ਆਨਸਰ ਬਦਲਦੇ ਰਹਿੰਦੇ ਨੇ ਪਰ ਜੇ ਤੁਸੀਂ ਕਨਸੈਪਟ ਸਮਝ ਗਏ ਤਾਂ ਮਾਰ ਨਹੀਂ ਖਾਂਦੇ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਕਰ ਦਿਓ ਅਤੇ ਜੇ ਤੁਸੀਂ ਪਾਰਟ 1 ਨਹੀਂ ਦੇਖਿਆ ਤਾਂ ਉਹ ਜ਼ਰੂਰ ਦੇਖ ਲਿਓ ਠੀਕ ਹੈ ਬੇਟਾ ਥੈਂਕ ਯੂ ਬਾਏ ਬਾਏ